ਦੁਨੀਆ ਦੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਅਤੇ ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਯੁੱਗਾਂ ਯੁੱਗਾਂ ਵਿੱਚ ਵਾਹਿਗੁਰੂ ਜੀ ਨੇ ਅਵਤਾਰ ਧਾਰਨ ਕੀਤੇ ਆ। ਅੱਜ ਅਸੀਂ ਜਦੋਂ ਅਕਾਲ ਪੁਰਖ ਦੀ ਆਗਿਆ ਦੇ ਅਨੁਸਾਰ ਧਨੰਤਰ ਵੈਦ ਦਾ ਅਵਤਾਰ ਹੋਇਆ ਤੇ ਕਿਉਂ ਹੋਇਆ, ਉਹਦੇ ਕਾਰਨਾਂ ਬਾਰੇ ਤੇ ਇਸ ਅਵਤਾਰ ਦੀ ਬੜੀ ਸੁੰਦਰ ਗਾਥਾ ਜੋ 10ਵੇਂ ਗ੍ਰੰਥ ਸਾਹਿਬ ਜੀ ਵਿੱਚ 10ਵੇਂ ਪਾਤਸ਼ਾਹ ਜੀ ਨੇ ਦਰਜ ਕੀਤੀ ਆ, ਤਾਂ ਆਓ ਜੀ ਇਹਨੂੰ ਆਪਾਂ ਅੱਜ ਸਰਵਣ ਕਰਦੇ ਹਾਂ। ਗੁਰੂ ਦੀ ਹਜ਼ੂਰੀ ਵਿੱਚ ਪਹੁੰਚੀ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਧਨੰਤਰ ਵੈਦ, ਤੇ ਇਹ 17ਵਾਂ ਅਵਤਾਰ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਆ, ਉਹਦੇ ਵਿੱਚੋਂ 17ਵਾਂ ਅਵਤਾਰ ਆ। ਮਹਾਰਾਜ ਜੀ ਪ੍ਰਮਾਤਮਾ ਨੂੰ ਚੇਤੇ ਕਰਕੇ ਅਕਾਲ ਪੁਰਖ ਨੂੰ ਧਿਆ ਕੇ ਇਹ ਅਵਤਾਰ ਦੀ ਕਥਾ ਇਉਂ ਕਹਿੰਦੇ ਆ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਚੌਪਈ ਸਭ ਧਨਵੰਤ ਭਏ ਜਗ ਲੋਗਾ, ਏਕ ਨ ਰਹਾ ਤਿਨੋ ਤਨ ਸੋਗਾ। ਦੁਨੀਆ ਦੇ ਜਦੋਂ ਸਾਰੇ ਲੋਕ, ਪੈਸਾ ਤਾਂ ਉਹਨਾਂ ਕੋਲ ਆ ਗਿਆ, ਪਰ ਬੰਦੇ ਕੋਲ ਜਦੋਂ ਪੈਸਾ ਆ ਜੇ ਤੇ ਬੰਦੇ ਦੀ ਸਿਹਤ ਠੀਕ ਨਾ ਹੋਵੇ, ਫਿਰ ਬੰਦਾ ਬਹੁਤ ਫਿਕਰ ਵਿੱਚ ਹੋ ਜਾਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਜਦੋਂ ਰੰਗਾਂ ਰੰਗਾਂ ਦੇ ਪਕਵਾਨ ਘਿਓ ਉਹਨਾਂ ਨੇ ਖਾਣੇ ਆ, ਕਸਰਤ ਕੋਈ ਨਹੀਂ ਕਰਨੀ, ਇਸੇ ਲਈ ਉਹਨਾਂ ਦੀ ਦੇਹ ਦੇ ਵਿੱਚ ਅਨੇਕਾਂ ਰੋਗ ਪੈਦਾ ਹੋ ਗਏ। ਉਪਜਤ ਰੋਗ ਦੇਹ ਤਿੰਨ ਨਾਨਾ। ਅੱਜ ਵੀ ਆਪਾਂ ਵੇਖਦੇ ਆ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਬਿਮਾਰੀ ਵੀ ਵੱਡੀ ਹੁੰਦੀ ਆ। ਇਹ ਨਹੀਂ ਮੈਂ ਕਹਿੰਦਾ ਵੀ ਗਰੀਬਾਂ ਨੂੰ ਬਿਮਾਰੀ ਨਹੀਂ ਹੁੰਦੀ, ਅਮੀਰਾਂ ਨੂੰ ਜਿਹੜੀ ਬਿਮਾਰੀ ਹੁੰਦੀ ਆ ਨਾ ਮੁਰਾਦ ਜੀ ਹੋ ਜਾਂਦੀ ਆ, ਵੱਡੇ ਵੱਡੇ ਰੋਗ ਉਹਨਾਂ ਨੂੰ ਹੀ ਲੱਗਦੇ ਆ ਜ਼ਿਆਦਾ ਕਰਕੇ। ਇਸ ਕਰਕੇ ਉਦੋਂ ਵੀ ਜਿਹੜੇ ਲੋਕ ਸੀਗੇ, ਰੋਗਾ ਕੁਲ ਸਭ ਹੀ ਪਏ ਲੋਗਾ, ਉਪਜਾ ਅਦਕ ਪ੍ਰਜਾ ਕੋ ਸੋਗਾ। ਸਾਰੇ ਲੋਕ ਇੰਨੇ ਦੁਖੀ ਹੋ ਗਏ, ਕਹਿੰਦੇ ਸਾਡਾ ਦੁੱਖ ਕਿਵੇਂ ਦੂਰ ਹੋਵੇਗਾ, ਕਿਉਂਕਿ ਵੈਦਾਂ ਕੋਲ ਜਾਣ ਉਹਨਾਂ ਨੂੰ ਸਮਝ ਨਾ ਆਵੇ। ਹੁਣ ਅਸੀਂ ਇਹ ਵੇਖਦੇ ਹਾਂ ਵੀ ਅੱਜ ਵੀ ਡਾਕਟਰ ਕਈ ਕਹਿ ਦਿੰਦੇ, ਹੱਥ ਖੜੇ ਕਰ ਜਾਂਦੇ ਵੀ ਇਹਦੀ ਸੇਵਾ ਕਰ ਲਓ, ਸਾਡੇ ਸਮਝ ਵਿੱਚ ਨਹੀਂ ਆਈ ਬਿਮਾਰੀ। ਤੇ ਕਈ ਵਾਰੀ ਜਦੋਂ ਡਾਕਟਰ ਨੂੰ ਬਿਮਾਰੀ ਸਮਝ ਨਾ ਆਵੇ, ਉਹ ਰੋਗ ਨੂੰ ਵਿਗਾੜ ਕੇ ਰੱਖ ਦਿੰਦਾ। ਗੁਰਮੁਖ ਪਿਆਰਿਓ, ਉਦੋਂ ਵੀ ਇਹ ਹਾਲ ਹੋ ਗਿਆ। ਫਿਰ ਸਾਰਿਆਂ ਨੇ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੀ, ਮਹਾਰਾਜ ਕਹਿੰਦੇ, ਸਿਫਤ ਸਲਾਹ ਕੀਤੀ, ਰੱਬ ਨੂੰ ਚੇਤੇ ਕੀਤਾ। ਇਹ ਗੱਲ ਆਪਾਂ ਸੁਣਦੇ ਆ ਰਹੇ ਹਾਂ ਵੀ ਪ੍ਰਮਾਤਮਾ ਅਰਦਾਸਾਂ ਬੇਨਤੀਆਂ ਪੂਰੀਆਂ ਕਰਦਾ। ਇਹਦੇ ਵਿੱਚੋਂ ਤੁਹਾਨੂੰ ਪਤਾ ਲੱਗੇਗਾ, ਪਰਮ ਪੁਰਖ ਕੀ ਕਰੀ ਵਡਾਈ, ਕਿਰਪਾ ਕਰੀ ਤਿਨ ਪਰ ਹਰ ਰਾਈ। ਜਦੋਂ ਰੱਬ ਨੂੰ ਕਿਹਾ ਵੀ ਹੁਣ ਅਸੀਂ ਸਾਰੇ ਵੈਦ ਹਕੀਮ ਦੇਖ ਲਿਆ, ਹੁਣ ਤਾਂ ਸਾਡੇ ਵੈਦ ਤੁਸੀਂ ਹੋਈ ਆ, ਕਿਉਂਕਿ ਹੁਣ ਦਾਰੂ ਨਹੀਂ ਦੁਆ ਕੰਮ ਕਰੂਗੀ ਹੁਣ, ਤੇ ਹੁਣ ਦਵਾ ਨਹੀਂ ਕੰਮ ਕਰੇਗੀ। ਪਰਮਾਤਮਾ ਅੱਗੇ ਕੀਤੀ ਅਰਦਾਸ ਬਿਰਥੀ ਨਾ ਜਾਂਦੀ ਏ। ਉਹਨਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਰੱਬ ਨੂੰ ਜਦੋਂ ਧਿਆਇਆ ਨਾ, ਰੱਬ ਨੂੰ ਸਾਰੀਆਂ ਸੰਗਤ ਤੇ ਉਦੋਂ ਦੀ ਜਿਹੜੀ ਸੰਗਤ ਸੀਗੀ ਤਰਸ ਆ ਗਿਆ। ਵਿਸ਼ਨ ਚੰਦ ਕੋ ਕਹਾਂ ਬੁਲਾਈ। ਉਹਨਾਂ ਨੇ ਵਿਸ਼ਨੂੰ ਭਗਵਾਨ ਨੂੰ, ਜਿਹਨੂੰ ਆਪਾਂ ਭਗਵਾਨ ਵੀ ਕਹਿ ਦਿੰਦੇ ਆ, ਵੈਸੇ ਉਹ ਆਗਿਆ ਵਿੱਚ ਆ। 10ਵੇਂ ਪਾਤਸ਼ਾਹ ਜੀ ਕਹਿੰਦੇ ਵਿਸ਼ਨੂੰ ਇੱਕ ਦੇਵਤਾ ਹੀ ਆ, ਇੱਕ ਰੂਹਾਨੀ ਰੂਹ ਆ ਜਿਹੜੀ ਪ੍ਰਮਾਤਮਾ ਦੇ ਹੁਕਮ 'ਚ ਚੱਲਦੀ ਆ। ਜਦੋਂ ਵਿਸ਼ਨੂੰ ਜੀ ਆ ਗਏ ਨਾ, ਪਰਮਾਤਮਾ ਨੇ ਕਿਹਾ ਤੁਸੀਂ ਹੁਣ ਧਨੰਤਰ ਅਵਤਾਰ ਧਾਰਨ ਕਰੋ। ਧਰ ਅਵਤਾਰ ਧਨੰਤਰ ਜਾਈ, ਆਯੁਰਵੇਦ ਕੋ ਕਰਿਓ ਪ੍ਰਕਾਸ਼ਾ। ਆਯੁਰਵੇਦ ਜਿਹੜਾ ਗ੍ਰੰਥ ਆ ਨਾ, ਉਹਨੂੰ ਰੋਸ਼ਨ ਕਰੋ ਜਾ ਕੇ। ਇਹ ਵੈਦਿਕ ਦਾ ਪੁਰਾਣਾ ਗ੍ਰੰਥ ਆ, ਪ੍ਰਜਾ ਦੇ ਸਾਰੇ ਰੋਗਾਂ ਨੂੰ ਦੂਰ ਕਰ ਦਿਓ। ਉਹ ਰੋਜ਼ ਮੇਰੇ ਅੱਗੇ ਅਰਦਾਸਾਂ ਕਰਦੇ ਆ, ਰੋਗ ਪ੍ਰਜਾ ਕੋ ਕਰਿਓ ਨਾਸਾ। ਦੇਖੋ ਭਗਤਾਂ ਦੀ ਸਦਾ ਹੀ ਪ੍ਰਮਾਤਮਾ ਨੇ ਰੱਖੀ ਆ, ਜੁਗਾਂ ਜੁਗਾਂ 'ਚ ਅਵਤਾਰ ਧਾਰਨ ਕੀਤੇ ਆ। ਕਦੇ ਨਰਸਿੰਘ ਅਵਤਾਰ ਬਣ ਕੇ, ਕਦੇ ਧਨੰਤਰ ਵੈਦ ਬਣ ਕੇ, ਕਦੇ ਨਰ ਅਵਤਾਰ ਬਣ ਕੇ, ਕਦੇ ਬ੍ਰਹਮਾ ਅਵਤਾਰ ਬਣ ਕੇ, ਕਦੇ ਵਿਸ਼ਨੂੰ ਅਵਤਾਰ ਬਣ ਕੇ, ਜੁਗਾਂ ਜੁਗਾਂ ਵਿੱਚ ਲਾਜ ਰੱਖੀ ਆ ਜੀ। ਤੇ ਮਹਾਰਾਜ ਜੀ ਦੀ ਆਗਿਆ ਵਿਸ਼ਨੂੰ ਜੀ ਕਿਵੇਂ ਮੋੜ ਸਕਦੇ ਆ? ਨਹੀਂ ਮੋੜ ਸਕਦੇ ਨਾ। ਹੁਣ ਜਦੋਂ ਆਪਾਂ ਭਾਈ ਕਾਹਨ ਸਿੰਘ ਜੀ ਨਾਭਾ ਦਾ ਲਿਖਿਆ ਹੋਇਆ ਮਹਾਨ ਕੋਸ਼ ਪੜ੍ਹਦੇ ਆ, ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਧਨੰਤਰ ਇੱਕ ਅਵਤਾਰ ਹੋਇਆ, ਇਹਨੇ ਆਯੁਰਵੈਦਿਕ ਦਾ ਪ੍ਰਚਾਰ ਕੀਤਾ। ਮੰਨਿਆ ਜਾਂਦਾ ਵੀ ਇਹਨੇ ਜਿਹੜੀ ਸਿੱਖਿਆ ਵਾ, ਕਈ ਕਹਿ ਦਿੰਦੇ ਆ ਵੀ ਉਹ ਇੰਦਰ ਤੋਂ ਲਈ ਸੀਗੀ, ਕਈਆਂ ਦੀ ਮੱਤ ਇਹ ਆ, ਪਰ ਅਸਲ ਦੇ ਵਿੱਚ ਇਹਨੂੰ ਪਰਮਾਤਮਾ ਨੇ ਕਿਰਪਾ ਕੀਤੀ। 10ਵੇਂ ਪਾਤਸ਼ਾਹ ਜੀ ਕਹਿੰਦੇ ਆ ਵੀ ਇੰਦਰ ਤੋਂ ਕੋਈ ਸਿੱਖਿਆ ਨਹੀਂ ਲਈ। ਦੋਹਰਾ
ਤਾਤੇ ਦੇਵ ਇਕੱਤਰ ਹੋਇਐ ਮਥਿਓ ਸਮੁੰਦਰੈ ਜਾਏ। ਰੋਗ ਵਿਨਾਸ਼ਨ ਪ੍ਰਜਾ ਹਿਤ ਕਢਿਓ ਧਨੰਤਰ ਰਾਏ। ਇਸ ਲਈ ਦੇਵਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਜਦੋਂ ਰਿੜਕਿਆ ਨਾ, ਉਹਦੇ ਵਿੱਚੋਂ ਇਹ ਮਹਾਰਾਜ ਕਹਿੰਦੇ ਧਨੰਤਰੀ ਜਿਹੜਾ ਵੈਦ ਸੀ ਉਹਦੇ ਵਿੱਚੋਂ ਨਿਕਲਿਆ ਸੀਗਾ। ਸਮੁੰਦਰ ਰਿੜਕਿਆ, ਚੰਗੀਆਂ ਚੀਜ਼ਾਂ ਵੀ ਨਿਕਲੀਆਂ, ਅੰਮ੍ਰਿਤ ਵੀ ਨਿਕਲਿਆ, ਹੋਰ ਚੀਜ਼ਾਂ ਵੀ ਨਿਕਲੀਆਂ। ਤਾਂ ਉਦੋਂ ਫਿਰ ਆਯੁਰਵੇਦ ਤਨ ਕੀਓ ਪ੍ਰਕਾਸ਼ਾ, ਜਗ ਕੇ ਰੋਗ ਕਰੇ ਸਭ ਨਾਸਾ। ਸਮੁੰਦਰ ਨੂੰ ਜਦੋਂ ਰਿੜਕਿਆ ਨਾ, ਧਨੰਤਰ ਵੈਦ ਜੀ ਪ੍ਰਗਟ ਹੋਏ ਆ। ਆਯੁਰਵੈਦ ਧਨੰਤਰੀ ਜੀ ਨੇ, ਧਨੰਤਰ ਵੈਦ ਜੀ ਨੇ ਦੁਨੀਆ 'ਚ ਲਿਆਂਦਾ। ਬਈਦ ਸ਼ਾਸਤਰ ਕੋ ਪ੍ਰਗਟ ਦਿਖਾਵਾ। ਤੇ ਜਿਹਦੇ ਰੋਗ ਹੋਏ ਸੀਗੇ, ਪੇਟ ਦਾ ਰੋਗ, ਨਬਜ ਫੜ ਕੇ ਦੱਸ ਦੇਣਾ ਵੀ ਤੈਨੂੰ ਆਹ ਰੋਗ ਆ, ਦਵਾਈ ਦੇ ਦੇਣੀ। ਅੱਜ ਤਾਂ ਜਿਹੜੀਆਂ ਦਵਾਈਆਂ ਆਪਾਂ ਖਾਂਦੇ ਆ ਉਹ ਤਾਂ ਸਾਡੇ ਗੁਰਦਿਆਂ ਤੇ ਅਸਰ ਕਰਦੀਆਂ, ਪਰ ਭਾਈ ਜਿਹੜੀ ਧਨੰਤਰ ਵੈਦ ਨੇ ਉਦੋਂ ਜੜੀਆਂ ਬੂਟੀਆਂ ਦਿੱਤੀਆਂ ਨਾ, ਅਰਕ ਦਿੱਤੇ, ਉਹਦੇ ਨਾਲ ਲੋਕ ਠੀਕ ਹੋਏ ਬਹੁਤ, ਤੇ ਜਗਤ ਦੇ ਸਾਰੇ ਰੋਗਾਂ ਦਾ ਨਾਸ ਕਰ ਦਿੱਤਾ। ਭਿੰਨ ਭਿੰਨ ਔਖਦੀ ਬਤਾਵਾ ਮਹਾਰਾਜ ਕਹਿੰਦੇ ਵੈਦਿਕ ਸ਼ਾਸਤਰ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ, ਜਿਸ ਵਿੱਚ ਵੱਖੋ ਵੱਖਰੇ ਰੋਗਾਂ ਦੀ ਦਵਾਈ ਦੱਸੀ ਸੀਗੀ। ਅੱਜ ਵੀ ਆਯੁਰਵੈਦਿਕ ਜਿਹੜੀ ਆ ਦਵਾਈ ਆਪਾਂ ਲੈਂਦੇ ਆ ਤੇ ਆਪਾਂ ਨੂੰ ਮਾੜਾ ਪ੍ਰਭਾਵ ਨਹੀਂ ਛੱਡਦੀ। ਬਾਕੀ ਦਵਾਈਆਂ ਆਪਾਂ ਖਾਂਦੇ ਆ ਉਹਦਾ ਤਾਂ ਆਪਾਂ ਕਹਿੰਦੇ ਆ ਸਾਈਡ ਇਫੈਕਟ ਹੈਗਾ, ਪਰ ਇਹ ਦਵਾਈ ਦਾ ਕੋਈ ਵੀ ਇਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ। ਪਰ ਬੰਦੇ ਨੇ ਇਹਦੀ ਵਿੱਦਿਆ ਜੇ ਲਈ ਹੋਵੇ ਤਾਂ ਦੇਖੋ, ਮੈਂ ਇਹ ਕਹਿ ਰਿਹਾ ਵੀ ਪ੍ਰਮਾਤਮਾ ਕਿੱਡਾ ਤਰਸ ਕਰਦਾ ਸਾਡੇ ਤੇ। ਜੁਗਾਂ ਜੁਗਾਂ ਵਿੱਚ ਅਵਤਾਰ ਧਾਰੇ ਆ, ਮੱਛ ਅਵਤਾਰ ਆ, 52 ਅਵਤਾਰ ਆ, ਨੇਕ ਕਲੰਕ ਅਵਤਾਰ ਆ, ਸਾਰੇ ਕਿੰਨੇ ਅਵਤਾਰ ਹੋ ਗਏ। 24 ਅਵਤਾਰਾਂ ਦੀ ਕਥਾ ਮਹਾਰਾਜ ਨੇ ਕਹੀ ਆ ਇਹਦੇ ਵਿੱਚ, ਤੇ ਸਾਨੂੰ ਸੁਣਨੀ ਚਾਹੀਦੀ ਆ। ਤੇ ਇਹ ਗੁਰਮੁਖ ਪਿਆਰਿਓ, ਧਨੰਤਰ ਵੈਦ ਜੀ ਜਦੋਂ ਆਏ ਨਾ, ਤੇ ਇਹਨਾਂ ਨੇ ਤਾਂ ਇੰਨੀ ਕਿਰਪਾ ਕਰ ਦਿੱਤੀ, ਰੋਗ ਜਿਹੜੇ ਸੀਗੇ ਵੱਡੇ ਵੱਡੇ ਸਾਰਿਆਂ ਦਾ ਨਾਸ ਹੀ ਕਰ ਦਿੱਤਾ। ਆਪਾਂ ਹੁਣ ਮੰਨਣਾ ਚਾਹੀਦਾ ਆਪਾਂ ਨੂੰ ਸਿੱਧੇ ਤੌਰ ਤੇ ਵੀ ਰੱਬ ਹੀ ਸਾਡੇ ਰੋਗ ਦੂਰ ਕਰਦਾ। ਡਾਕਟਰ ਵੀ ਕਹਿ ਦਿੰਦੇ ਆ ਵੀ ਪ੍ਰਮਾਤਮਾ ਅੱਗੇ ਅਰਦਾਸ ਕਰੋ, ਉਹਨਾਂ ਨੂੰ ਵੀ ਰੱਬ ਤੇ ਯਕੀਨ ਹੁੰਦਾ। ਆਪਰੇਸ਼ਨ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਦੇ ਆ। ਤਾਂ ਸਾਨੂੰ ਪ੍ਰਮਾਤਮਾ ਵਿੱਚ ਯਕੀਨ ਰੱਖਣਾ ਚਾਹੀਦਾ। ਨਾਲੇ ਬਾਣੀ ਵਿੱਚ ਪੰਕਤੀ ਆ, ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਖੁਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਵੀ ਸਾਡੇ ਤਾਂ ਵੈਦ ਹੀ ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਅਕਾਲ ਪੁਰਖ ਜੀ ਹਨ। ਭਾਵ ਕਿ ਗੋ ਹੁੰਦਾ ਧਰਤੀ, ਬਿੰਦ ਹੁੰਦਾ ਧਰਤੀ ਨੂੰ ਪਾਲਣ ਵਾਲਾ, ਬਣਾਉਣ ਵਾਲਾ, ਸਾਜਣ ਵਾਲਾ, ਚਲਾਉਣ ਵਾਲਾ। ਸਾਡਾ ਤਾਂ ਸਭ ਕੁਝ ਉਹੀ ਆ। ਹਰਬੰਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਧਨੰਤਰੀ ਸਮੁੰਦਰ ਵਿੱਚੋਂ ਨਿਕਲੇ ਨਾ, ਇਹਨਾਂ ਦੀ ਕਥਾ ਲਿਖੀ ਆ, ਤੇ ਇਹਨਾਂ ਦੇ ਤੇਜ ਨਾਲ 8 ਦਿਸ਼ਾਵਾਂ, 4 ਦਿਸ਼ਾਵਾਂ ਹੁੰਦੀਆਂ, 4 ਕੋਨੇ ਹੁੰਦੇ ਆ, ਜਗਮਗ ਜਗਮਗ ਕਰਕੇ ਉੱਠੀਆਂ ਨੇ। ਇਹ ਆਪਣੇ ਸਾਹਮਣੇ ਵਿਸ਼ਨੂੰ ਜੀ ਨੂੰ ਵੇਖ ਕੇ ਠਠੰਬਰ ਕੇ ਖੜੇ ਰਹੇ। ਇਸ ਲਈ ਵਿਸ਼ਨੂੰ ਭਗਵਾਨ ਜੀ ਨੇ ਇਹਨਾਂ ਨੂੰ ਅਵਜ ਨਾਮ ਦੇ ਨਾਲ ਵੀ ਬੁਲਾਇਆ। ਭਗਵਾਨ ਦੇ ਬੁਲਾਉਣ ਤੇ ਇਹਨਾਂ ਨੇ ਉਹਨਾਂ ਨੂੰ ਪ੍ਰਾਰਥਨਾ ਕੀਤੀ ਕਿ ਜੱਗ ਦੇ ਵਿੱਚ ਮੇਰੇ ਭਾਗ ਤੇ ਮੇਰਾ ਸਥਾਨ ਕਾਇਮ ਕਰ ਦਿੱਤਾ ਜਾਵੇ। ਕਈ ਥਾਵਾਂ ਤੇ ਇਵੇਂ ਵੀ ਕਥਾ ਲਿਖੀ ਆ, ਵਿਸ਼ਨੂੰ ਜੀ ਨੇ ਕਿਹਾ ਭਾਗ ਤੇ ਸਥਾਨ ਤਾਂ ਭਾਈ ਵੰਡੇ ਗਏ ਆ, ਪਰ ਤੁਸੀਂ ਦੂਜੇ ਜਨਮ ਦੇ ਵਿੱਚ ਖਾਸ ਸਿੱਧੀ ਪ੍ਰਾਪਤ ਕਰੋਗੇ। ਮੈਂ ਤੁਹਾਨੂੰ ਅਣਮਾਦਕ ਸਿੱਧੀਆਂ ਇੰਨੀਆਂ ਜ਼ਿਆਦਾ ਤੁਹਾਨੂੰ ਗਰਭ ਤੋਂ ਹੀ ਪ੍ਰਾਪਤ ਕਰਵਾ ਦਿਆਂਗਾ। ਤੁਸੀਂ ਸਰੀਰ ਦੇ ਹੁੰਦਿਆਂ ਹੀ ਦੇਵਤੇ ਦੀ ਪਦਵੀ ਪ੍ਰਾਪਤ ਕਰੋਗੇ। ਤੁਸੀਂ ਆਯੁਰਵੈਦਿਕ ਨੂੰ 8 ਹਿੱਸਿਆਂ ਵਿੱਚ ਵੰਡ ਦਿਓਗੇ। ਹੁਣ ਜਿਹੜਾ ਇਹ ਗ੍ਰੰਥ ਆ ਆਯੁਰਵੈਦਿਕ ਵਿੱਚ 8 ਹਿੱਸੇ ਬਣੇ ਹੋਏ ਆ, ਉਹ ਜਿਹੜੇ ਪੜ੍ਹਦੇ ਆ ਇਹਨੂੰ ਉਹੀ ਸਮਝ ਸਕਦੇ ਆ। ਦੁਆਪਰ ਯੁੱਗ ਦੇ ਵਿੱਚ ਕਾਸ਼ੀ ਰਾਜ ਧਨਵ ਨੇ ਪੁੱਤਰ ਦੇ ਵਾਸਤੇ ਨਾ ਅਵਜ ਦੇਵ ਦੀ ਆਰਾਧਨਾ ਕੀਤੀ ਆ, ਤੇ ਅਵਜ ਦੇਵ ਨੇ ਧਨਵ ਦੇ ਘਰੇ ਆਪ ਅਵਤਾਰ ਲਿਆ ਤੇ ਭਾਰਦਵਾਜ ਰਿਖੀ ਤੋਂ ਆਯੁਰਵੇਦ ਸ਼ਾਸਤਰ ਪੜ੍ਹ ਕੇ ਲੋਕਾਂ ਦੇ ਦੁੱਖ ਦੂਰ ਕੀਤੇ ਆ। ਇਹ ਇਵੇਂ ਕਈ ਗ੍ਰੰਥਾਂ ਵਿੱਚ ਇਸ ਤਰ੍ਹਾਂ ਲਿਖਿਆ। ਮੈਂ ਸਾਰੀ ਤੁਹਾਨੂੰ ਦੱਸ ਰਿਹਾ ਵੀ ਕਿਵੇਂ ਕਿਵੇਂ ਲਿਖੀ ਹੋਈ ਆ। ਤੇ 10ਵੇਂ ਪਾਤਸ਼ਾਹ ਜੀ ਨੇ ਜੋ ਕਿਹਾ ਮੈਂ ਤੁਹਾਨੂੰ ਪਹਿਲੇ ਸਰਵਣ ਕਰਵਾ ਦਿੱਤਾ। ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਵੀ ਇੰਦਰ ਨੇ ਆਯੁਰਵੇਦ ਸ਼ਾਸਤਰ ਸਿਖਾਇਆ ਸੀ ਧਨੰਤਰ ਨੂੰ। ਉਹ ਮੈਂ ਤੁਹਾਨੂੰ ਪਹਿਲਾਂ ਕਹਿਤਾ ਵੀ ਮਹਾਰਾਜ ਇਸ ਤਰ੍ਹਾਂ ਨਹੀਂ ਲਿਖ ਰਹੇ, ਇਹ ਕਿਸੇ ਗ੍ਰੰਥ 'ਚ ਕਿਵੇਂ ਲਿਖਿਆ। ਧਨੰਤਰ ਕਾਂਸ਼ੀ ਵਿੱਚ ਪੈਦਾ ਹੋਇਆ, ਬ੍ਰਹਮਾ ਦੇ ਵਰ ਨਾਲ ਕਾਂਸ਼ੀ ਦੇ ਇਹ ਰਾਜਾ ਵੀ ਬਣੇ ਰਹੇ ਆ। ਇੱਕ ਕਲਯੁਗ ਵਾਲੀ ਕਥਾ ਵੀ ਆਉਂਦੀ ਆ ਵੀ ਕਲਯੁਗ ਦੇ ਜ਼ਮਾਨੇ ਵਿੱਚ ਜਦੋਂ ਪਰੀਸ਼ਤ ਨੇ ਇੱਕ ਰਿਖੀ ਜੀ ਤਪੱਸਿਆ ਕਰ ਰਹੇ ਸੀਗੇ, ਉਹਨਾਂ ਦੇ ਗਲ ਵਿੱਚ ਮਰਿਆ ਸੱਪ ਪਾਤਾ ਵੀ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ। ਉਹਨਾਂ ਨੇ ਸ਼ਰਾਪ ਦਿੱਤਾ ਸੀ ਵੀ ਜਿਹਨੇ ਮੇਰੀ ਗਲ ਵਿੱਚ ਸੱਪ ਪਾਇਆ ਨਾ,
ਮੇਰੇ ਪਾਠ ਕਰਦੇ ਤੋਂ, ਬੰਦਗੀ ਕਰਦੇ ਤੋਂ, ਉਹ ਬੰਦਾ ਸੱਪ ਦੇ ਨਾਲ ਡੰਗ ਕੇ ਮਾਰਿਆ ਜਾਵੇਗਾ ਜਲਦੀ। ਤੇ ਉਸ ਤੋਂ ਬਾਅਦ ਜਦੋਂ ਸੱਪ ਪਾ ਦਿੱਤਾ, ਉਹਦੇ ਪੁੱਤਰ ਸਿੰਘੀ ਰਿਖੀ ਨੇ ਰਾਜੇ ਨੂੰ ਤਸ਼ਕ ਦੇ ਡੰਗ ਨਾਲ ਮਰਨ ਦਾ ਕਹਿੰਦੇ ਸ਼ਰਾਪ ਜਦੋਂ ਹੋ ਗਿਆ, ਤੇ ਸ਼ਰਾਪ ਦਾ ਪ੍ਰੇਰਿਆ ਤਸ਼ਕ ਰਾਜੇ ਪ੍ਰੀਸ਼ਤ ਨੂੰ ਡੰਗਣ ਲਈ ਤੁਰਿਆ। ਉਧਰੋਂ ਧਨੰਤਰ ਵੈਦ ਤੁਰਿਆ, ਧਨੰਤਰ ਵੀ ਆ ਗਿਆ, ਤੇ ਉਧਰੋਂ ਧਨੰਤਰ ਵੀ ਪ੍ਰੀਸ਼ਤ ਨੂੰ ਤਸ਼ਕ ਦੇ ਡੰਗ ਤੋਂ ਬਚਾਉਣ ਲਈ ਆਇਆ ਸੀਗਾ। ਦੇਖੋ, ਇੱਕ ਮਾਰਨ ਲਈ ਆ ਰਿਹਾ ਤੇ ਇੱਕ ਇੱਧਰੋਂ ਬਚਾਉਣ ਲਈ ਆ ਰਿਹਾ। ਧਨੰਤਰ ਜੀ ਰਾਜੇ ਪ੍ਰੀਸ਼ਤ ਨੂੰ ਬਚਾਉਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦਾ ਕੰਮ ਬਚਾਉਣਾ, ਲੋਕਾਂ ਨੂੰ ਮਾਰਨਾ ਨਹੀਂ। ਤੇ ਤਸ਼ਕ ਉਹ ਜਿਹੜਾ ਉਹ ਮਾਰਨ ਲਈ ਤੁਰਿਆ ਵੀ ਰਾਜੇ ਨੂੰ ਮੈਂ ਮਾਰਨਾ ਹੀ ਮਾਰਨਾ। ਰਸਤੇ ਵਿੱਚ ਦੋਹਾਂ ਦਾ ਮੇਲ ਹੋ ਗਿਆ, ਆਪੋ ਵਿੱਚ ਦੀਆਂ ਗੱਲਾਂ ਬਾਤਾਂ ਵਿੱਚ ਤੇ ਜਦੋਂ ਗੱਲਾਂ ਤੁਰੀਆਂ, ਤਸ਼ਕ ਨੇ ਕਿਹਾ ਵੀ ਮੇਰਾ ਡੰਗਿਆ ਕਦੇ ਬਚ ਨਹੀਂ ਸਕਦਾ। ਧਨੰਤਰ ਵੈਦ ਕਹਿਣ ਲੱਗਾ ਮੇਰਾ ਮੰਤਰ ਆ, ਕਦੇ ਕੋਈ ਮਰ ਨਹੀਂ ਸਕਦਾ ਜਿਹਨੂੰ ਮੈਂ ਮੰਤਰ ਮਾਰ ਕੇ ਬਚਾ ਲਵਾਂ, ਇਲਾਜ ਕਰ ਦੇਵਾਂ ਭਾਵ ਆਯੁਰਵੈਦਿਕ ਦੇ ਹਿਸਾਬ ਦੇ ਨਾਲ। ਦੋਹਾਂ ਦੀ ਆਪੋ ਵਿੱਚ ਜਿੱਦ ਵੱਜ ਗਈ ਤਾਂ ਆਪੋ ਆਪਣਾ ਜ਼ੋਰ ਜਮਾਉਣ ਲੱਗੇ। ਤਸ਼ਕ ਜਿਹੜਾ ਸੱਪ ਸੀਗਾ, ਉਹਨੇ ਇੱਕ ਬੋਹੜ ਦੇ ਦਰਖਤ ਨੂੰ, ਜਿਸ ਤੇ ਕਈ ਜਾਨਵਰ ਬੈਠੇ ਸੀ ਨਾ, ਡੰਗ ਮਾਰ ਮਾਰ ਕੇ ਸਾੜ ਕੇ ਸਵਾਹ ਕਰਤਾ। ਇੱਧਰ ਧਨੰਤਰ ਜੀ ਨੇ ਮੰਤਰ ਪੜ੍ਹ ਕੇ ਆਪਦੀ ਆਯੁਰਵੈਦਿਕ ਜੜੀ ਬੂਟੀਆਂ ਨਾਲ ਮਿਲਾ ਕੇ ਜਲ ਵਿੱਚ ਛਿੱਟਾ ਦਿੱਤਾ, ਬੋਹੜ ਜਿਉਂ ਦਾ ਤਿਉਂ ਹੋ ਗਿਆ। ਇਹ ਚਮਤਕਾਰ ਦੇਖ ਕੇ ਤਸ਼ਕ, ਉਹ ਜਿਹੜਾ ਸੱਪ ਦਾ ਨਾਮ ਆ ਤਸ਼ਕ, ਹੈਰਾਨ ਹੋ ਗਿਆ ਤੇ ਧਨੰਤਰ ਨੂੰ ਕਹਿਣ ਲੱਗਾ ਤੂੰ ਜਿੰਨਾ ਧਨ ਚਾਹਵੇਂ ਲੈ ਲਾ, ਮੁੜ ਜਾ। ਪਰ ਧਨੰਤਰ ਨੇ ਕਿਹਾ ਨਹੀਂ, ਮੈਂ ਪੈਸੇ ਕਰਕੇ ਨਹੀਂ ਇਹ ਕਰ ਰਿਹਾ, ਅਸਲ ਦੇ ਵਿੱਚ ਤਾਂ ਮੈਨੂੰ ਵਾਹਿਗੁਰੂ ਵੱਲੋਂ ਡਿਊਟੀ ਮਿਲੀ ਆ ਲੋਕਾਂ ਦੀ ਜਾਨ ਬਚਾਉਣ ਦੀ, ਤੇ ਤੇਰੇ ਪੈਸੇ ਲੈ ਕੇ ਮੈਂ ਪਾਪਾਂ ਦਾ ਅਧਿਕਾਰੀ ਨਹੀਂ ਬਣਨਾ। ਤੇ ਜਦੋਂ ਧਨੰਤਰ ਵੈਦ ਜੀ ਨੇ ਇਸ ਤਰ੍ਹਾਂ ਕਹਿ ਦਿੱਤਾ ਵੀ ਮੈਂ ਪੈਸੇ ਵੀ ਨਹੀਂ ਲੈਣੇ, ਉਹ ਇੱਕਦਮ ਅਲੋਪ ਹੋ ਗਿਆ। ਤਸ਼ਕ ਇੱਕ ਇੱਛਾਧਾਰੀ ਸੱਪ ਵਾਂਗ ਨੂੰ ਤੁਸੀਂ ਜਾਣਨਾ ਹੈ। ਇੱਧਰੋਂ ਧਨੰਤਰ ਜੀ ਜਿਹੜੇ ਸੀਗੇ ਜਦੋਂ ਵਾਪਸ ਜਾ ਰਹੇ ਆ ਨਾ, ਇਹ ਰਸਤੇ ਵਿੱਚ ਸੋਟੀ ਬਣ ਕੇ ਪੈ ਗਿਆ, ਸੋਟੀ ਦਾ ਆਕਾਰ ਬਣਾ ਲਿਆ, ਉਹ ਜਿਵੇਂ ਹੋਣੀ ਰੱਬ ਦੀ। ਧਨੰਤਰ ਜੀ ਨੇ ਕੀ ਕੀਤਾ ਵੀ ਉਹਨਾਂ ਦੀ ਪਿੱਠ ਤੇ ਖੁਰਕ ਹੋਈ, ਜਦੋਂ ਉਹਨਾਂ ਨੇ ਸੋਟੀ ਚੁੱਕ ਲਈ ਤੇ ਥੋੜੀ ਦੂਰ ਅੱਗੇ ਗਏ। ਜਦੋਂ ਮੋਰਾਂ ਦੇ ਵਿੱਚ ਖੁਰਕ ਹੁੰਦੀ ਹੈ ਪਿੱਠ ਤੇ, ਉਸੇ ਵੇਲੇ ਧਨੰਤਰ ਜੀ ਦੀ ਇਹੋ ਜਿਹੀ ਪ੍ਰਮਾਤਮਾ ਵੱਲੋਂ ਹੋਣੀ ਲਿਖੀ ਸੀ ਤੇ ਉਹਨਾਂ ਨੇ ਖੁਰਕਣ ਲੱਗੇ ਨਾ, ਜਦੋਂ ਤਸ਼ਕ ਨੇ ਡੰਗ ਮਾਰਿਆ ਉਹਨਾਂ ਦੇ। ਧਨੰਤਰ ਵੈਦ ਜੀ ਬੜੇ ਸਿਆਣੇ ਸੀ, ਉਹਨਾਂ ਨੇ ਜਾਣ ਲਿਆ ਵੀ ਤਸ਼ਕ ਨੇ ਮੈਨੂੰ ਡੰਗ ਮਾਰਿਆ। ਆਪਦੇ ਚੇਲਿਆਂ ਨੂੰ ਜਾ ਕੇ ਕਿਹਾ ਵੀ ਹੁਣ ਮੈਂ ਬਚ ਨਹੀਂ ਸਕਾਂਗਾ, ਕਿਉਂਕਿ ਤਸ਼ਕ ਨੇ ਡੰਗ ਮਾਰਿਆ। ਉੱਥੇ ਮੇਰੀ ਨਿਗਾਹ ਹੀ ਨਹੀਂ ਜਾ ਸਕਦੀ, ਜਿੱਥੇ ਮੇਰੀ ਨਿਗਾਹ ਪੁੱਜੇ ਉੱਥੇ ਮੇਰਾ ਮੰਤਰ ਚੱਲਦਾ। ਇਸ ਕਰਕੇ ਤੁਸੀਂ ਮੈਨੂੰ ਸਾੜਨਾ ਨਹੀਂ, ਸਗੋਂ ਮੈਨੂੰ ਰਿੰਨ ਕੇ ਖਾ ਲੈਣਾ। ਇਹ ਵੀ ਕਥਾ ਲਿਖੀ ਆ, ਮੇਰੀ ਸਾਰੀ ਵਿੱਦਿਆ ਤੁਹਾਨੂੰ ਮਿਲ ਜਾਵੇਗੀ। ਜੇ ਤੁਸੀਂ ਮੇਰਾ ਦਾਹ ਸੰਸਕਾਰ ਕਰ ਦਿੱਤਾ ਫਿਰ ਤੁਹਾਨੂੰ ਵਿੱਦਿਆ ਨਹੀਂ ਮਿਲਣੀ ਇਹ। ਇਸ ਕਰਕੇ ਨਾ ਤੇ ਮੈਨੂੰ ਬਣਾ ਕੇ ਛਕ ਲਿਓ। ਇਹ ਸਾਰੀਆਂ ਚੀਜ਼ਾਂ ਫਿਰ ਉਦੋਂ ਹੋਈਆਂ। ਇਹ ਕਈ ਗ੍ਰੰਥਾਂ ਵਿੱਚ ਇਵੇਂ ਵੀ ਕਥਾ ਮਹਾਰਾਜ ਜੀ ਕਹਿੰਦੇ ਲਿਖੀ ਹੋਈ ਆ, ਪਰ ਗੁਰੂ ਸਾਹਿਬ ਨੇ ਓਨੀ ਕੀ ਕਥਾ ਲਿਖੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾਈ ਆ। ਧਨੰਤਰ ਵੈਦ ਜੀ ਕਹਿਣ ਲੱਗੇ ਤਸ਼ਕ, ਤੂੰ ਮੈਨੂੰ ਮਾਰ ਕੇ ਕਿਹਾ ਵੀ ਆਯੁਰਵੈਦ ਦੀ ਵਿੱਦਿਆ ਖਤਮ ਕਰ ਦੇਵੇਂਗਾ, ਪਰ ਨਹੀਂ, ਮੇਰੇ 72 ਚੇਲੇ ਆ, 72 ਇੱਕ ਦੋ ਨਹੀਂ, ਇਹ ਧਨੰਤਰ ਹੋ ਜਾਣਗੇ। ਇਹ ਕਹਿ ਕੇ ਧਨੰਤਰ ਵੈਦ ਜੀ ਨੇ ਪ੍ਰਾਣ ਤਿਆਗ ਦਿੱਤੇ ਆ ਤੇ ਚੇਲਿਆਂ ਨੇ ਆਪਣੇ ਗੁਰੂ ਜੀ ਦੀ ਆਗਿਆ ਪਾ ਕੇ ਉਵੇਂ ਹੀ ਉਹਨਾਂ ਨੂੰ ਛਕਣਾ ਕੀਤਾ। ਜਦੋਂ ਰਿੰਨਣ ਲੱਗੇ ਵੇਖ ਕੇ ਤਸ਼ਕ ਨੂੰ ਫਿਕਰ ਲੱਗਾ, ਇਹ ਬੁੱਢੇ ਬ੍ਰਾਹਮਣ ਦਾ ਰੂਪ ਧਾਰ ਕੇ ਆਇਆ। ਉਹਨਾਂ ਦੇ ਕੋਲ ਆ ਕੇ ਪੁੱਛਣ ਲੱਗਾ ਕੀ ਰਿੰਨਦੇ ਪਏ ਹੋ। ਉਹਨਾਂ ਬ੍ਰਹਮਚਾਰੀਆਂ ਨੇ ਸਭ ਸੱਚ ਦੱਸ ਦਿੱਤਾ ਤੇ ਬ੍ਰਾਹਮਣ ਜਿਹੜਾ ਸੀਗਾ ਇੱਛਾਧਾਰੀ ਨਾਗ ਰੂਪ ਬਣਾ ਲੈਂਦਾ, ਕਹਿੰਦਾ ਬੰਦੇ ਦਾ ਮਾਸ ਖਾਈ ਜਾਂਦੇ ਹੋ, ਮਹਾ ਪਾਪ ਸੁੱਟ ਦਿਓ। ਪਰ ਚੇਲਿਆਂ ਨੇ ਉਹਦਾ ਕਿਹਾ ਨਹੀਂ ਮੰਨਿਆ। ਤਾਂ ਉੱਥੋਂ ਦੇ ਰਾਜੇ ਕੋਲ ਜਾ ਕੇ ਉਹ ਤਸ਼ਕ ਨੇ ਬ੍ਰਾਹਮਣ ਦਾ ਰੂਪ ਧਾਰ ਕੇ ਕਿਹਾ, ਰਾਜਨ, ਤੇਰੇ ਰਾਜ ਵਿੱਚ ਇੰਨਾ ਘੋਰ ਉਪੱਦਰ ਹੋ ਰਿਹਾ, ਜੰਗਲ ਦੇ ਵਿੱਚ ਫਲਾਣੀ ਥਾਂ ਤੇ ਕਈ ਬ੍ਰਹਮਚਾਰੀ ਜਿਹੜੇ ਆਪਣੇ ਗੁਰੂ ਨੂੰ ਮਾਰ ਕੇ ਉਹਦਾ ਮਾਸ ਰਿੰਨ ਕੇ ਖਾਣਾ ਚਾਹੁੰਦੇ ਆ। ਜੇਕਰ ਉਹਨਾਂ ਨੇ ਗੁਰੂ ਦਾ ਮਾਸ ਖਾ ਲਿਆ, ਤੇਰੀਆਂ 7 ਕੁਲਾਂ ਨਰਕਾਂ ਨੂੰ ਜਾਣਗੀਆਂ। ਬ੍ਰਾਹਮਣ ਦੀ ਇਹ ਗੱਲ ਸੁਣ ਕੇ ਰਾਜੇ ਨੇ ਉਸੇ ਵੇਲੇ ਬਹੁਤ ਸਾਰੀ ਫੌਜ ਚਾੜੀ ਆ, ਰਾਜਾ ਸੀਗਾ ਨਾ, ਹੁਕਮ ਕੀਤਾ ਜਾਓ ਭਾਈ, ਉਹ ਬ੍ਰਹਮਚਾਰੀਆਂ ਤੋਂ ਅਚਰਜ ਦਾ ਮਾਸ ਖੋਹ ਕੇ ਨਾ ਕਾਮਾ ਕੁੱਤਿਆਂ ਨੂੰ ਪਾ ਦਿਓ। ਰਾਜੇ ਦਾ ਹੁਕਮ ਹੁੰਦੇ ਸਿਪਾਹੀਆਂ ਨੇ ਜੰਗਲ ਵਿੱਚ ਪਹੁੰਚ ਕੇ ਧਨੰਤਰ ਦੇ ਚੇਲਿਆਂ ਦੇ ਕੋਲੋਂ ਧਨੰਤਰ ਦਾ ਮਾਸ ਖੋਹ ਕੇ ਧਰਤੀ ਤੇ ਸੁੱਟ ਦਿੱਤਾ। ਇਸ ਕਰਕੇ ਉਹ ਮਾਸ ਕਾਂ, ਕੁੱਤੇ ਤੇ ਇੱਲਾਂ
ਕੀੜੀਆਂ ਨੇ ਖਾ ਲਿਆ। ਇਹ ਕਥਾ ਇਉਂ ਵੀ ਕਿਤੇ ਨਾ ਕਿਤੇ ਗ੍ਰੰਥਾਂ ਵਿੱਚ ਲਿਖੀ ਹੋਈ ਮਿਲਦੀ ਆ। ਤਾਂ ਧਨੰਤਰ ਵੈਦ ਜੀ ਚਾਹੁੰਦੇ ਸੀ ਮੇਰੀ ਵਿੱਦਿਆ ਅੱਗੇ ਵਧੇ। ਦੇਖੋ ਕਿੰਨੇ ਪਰਉਪਕਾਰੀ ਸੀਗੇ ਵੀ ਮੇਰਾ ਮਾਸ ਖਾ ਲਿਓ। ਏਡਾ ਵੱਡਾ ਇਨਸਾਨ ਹੋਵੇ ਉਹ ਤਾਂ ਕਹੇਗਾ ਮੈਨੂੰ ਚੰਦਨ ਦੀ ਚਿਖਾ ਵਿੱਚ ਭਾਈ ਮੇਰਾ ਸੰਸਕਾਰ ਕਰਿਓ। ਪਰ ਧਨੰਤਰ ਵੈਦ ਜੀ ਨੇ ਦੇਖੋ ਭਾਈ ਬਾ ਕਮਾਲ ਕਰ ਦਿੱਤੀ ਵੀ ਮੇਰਾ ਮਾਸ ਹੀ ਰਿੰਨ ਕੇ ਖਾ ਲਿਓ, ਤੁਹਾਨੂੰ ਗਿਆਨ ਮਿਲ ਜੂਗਾ। ਪਰ ਜਿੱਥੇ ਉਹਨਾਂ ਦੀ ਨਿਗਾਹ ਜੇ ਪੈਂਦੀ ਹੁੰਦੀ ਨਾ ਤੇ ਉਹ ਠੀਕ ਹੋ ਜਾਣੇ ਸੀ। ਇੰਨੀ ਮਹਾਰਾਜ ਵੱਲੋਂ ਉਹਨਾਂ ਨੂੰ ਕਲਾ ਮਿਲੀ ਹੋਈ ਸੀ। ਤਾਂ ਇਹ ਧਨੰਤਰ ਵੈਦ ਦੀ ਕਥਾ 10ਵੇਂ ਪਾਤਸ਼ਾਹ ਜੀ ਨੇ ਲਿਖੀ ਆ। ਤੇ ਮਹਾਰਾਜ ਜੀ ਕਹਿੰਦੇ ਐਤ ਸ੍ਰੀ ਬਚਿੱਤਰ ਨਾਟਕ ਗ੍ਰੰਥ 17ਵਾਂ ਅਵਤਾਰ ਧਨੰਤਰ ਵੈਦ ਸਮਾਪਤਮ ਸਤ ਸੁਭਮ ਸਤ ਅਫਜੂ। ਮਹਾਰਾਜ ਜੀ ਕਹਿੰਦੇ ਭਾਈ ਇਹ ਧਨੰਤਰ ਵੈਦ ਦੀ ਕਥਾ ਮੈਂ ਇਉਂ ਕਹਿੰਦਾ ਹਾਂ। ਤਾਂ ਇੱਥੇ ਦੀ ਕਥਾ ਸਮਾਪਤ ਹੋਈ ਆ। ਮੇਰੇ ਕਹਿਣ ਦਾ ਭਾਵ ਤਾਂ ਇਹ ਸੀ ਵੀ ਅੱਜ ਕੱਲ੍ਹ ਜਿਹੜੇ ਡਾਕਟਰ ਆ ਉਹ ਕਿਵੇਂ ਪੈਸੇ ਲੁੱਟੀ ਜਾਂਦੇ ਗਰੀਬਾਂ ਤੋਂ, ਕਿੰਨੇ ਪੈਸੇ ਲਈ ਜਾਂਦੇ ਆ, ਆਪਦੀਆਂ ਕੋਠੀਆਂ ਬਣਾਈ ਜਾਂਦੇ ਆ। ਪਰ ਕੋਈ ਨਾ, ਜਦੋਂ ਪਾਪ ਦਾ ਭਾਂਡਾ ਭਰ ਜਾਵੇ ਆਪੇ ਫੁੱਟ ਜਾਂਦਾ ਹੁੰਦਾ ਇਹ ਪਾਪਾਂ ਦਾ ਘੜਾ। ਮਹਾਰਾਜ ਆਪੇ ਇਹਨਾਂ ਨੂੰ ਬੀਜੇ ਦਾ ਫਲ ਜ਼ਰੂਰ ਦੇਣਗੇ। ਕੁਝ ਚੰਗੇ ਡਾਕਟਰ ਵੀ ਹੈਗੇ ਆ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਪਰ ਕਈ ਗਲਾ ਹੀ ਵੱਢਦੇ ਆ ਗਰੀਬਾਂ ਦਾ। ਤਾਂ ਵੱਡੇ ਹਸਪਤਾਲਾਂ ਵਿੱਚ ਵੱਡੀ ਲੁੱਟ ਆ, ਇਹ ਵੱਡਾ ਮਾਫੀਆ। ਤਾਂ ਭਾਈ ਜੇ ਆਯੁਰਵੈਦਿਕ ਦੀ ਜਿਹਨੂੰ ਸਮਝ ਹੋਵੇ ਨਾ ਤੇ ਉਹ ਬੰਦੇ ਤੋਂ ਬਾਹਲੇ ਪੈਸੇ ਵੀ ਨਹੀਂ ਲੈਂਦਾ ਤੇ ਇਲਾਜ ਵੀ ਕਰ ਦਿੰਦਾ। ਪਰ ਇਹੋ ਜਿਹੇ ਵੈਦ ਅੱਜ ਘੱਟ ਮਿਲਦੇ ਆ ਕਿਉਂਕਿ ਪੜ੍ਹਨਾ ਪੈਂਦਾ। ਏਡੇ ਵੱਡੇ ਗ੍ਰੰਥ ਆ, ਲੋਕ ਤਾਂ ਆਪਣਾ ਇਤਿਹਾਸ ਨਹੀਂ ਪੜ੍ਹਦੇ। ਇਹ ਤਾਂ ਫੇਰ ਆਯੁਰਵੈਦਿਕ ਵੈਦਿਕ ਪੁਰਾਣਾ ਗ੍ਰੰਥ ਆ। ਭਾਈ ਥੋੜ੍ਹਾ ਥੋੜ੍ਹਾ ਸਾਨੂੰ ਇਹਦੀ ਵੀ ਸਮਝ ਹੋਣੀ ਜ਼ਰੂਰੀ ਆ। ਤੇ ਮੈਂ ਆਪ ਜੀ ਨੂੰ ਕਹੂੰਗਾ ਇਹ ਜਿਹੜੀ 24 ਅਵਤਾਰਾਂ ਦੀ ਕਥਾ ਨਾ, ਇੱਕ ਇੱਕ ਅਵਤਾਰ ਦੀ ਕਥਾ ਜ਼ਰੂਰ ਸੁਣਿਓ, ਤੁਹਾਡੇ ਗਿਆਨ ਵਿੱਚ ਵਾਧਾ ਹੋਵੇਗਾ। ਨਹੀਂ ਤਾਂ ਫਿਰ ਆਪਾਂ ਜਿਹੋ ਜਿਹੇ ਜੰਮੇ, ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਉੱਦਾਂ ਹੀ ਆਪਾਂ ਮਰ ਜਾਵਾਂਗੇ। ਮੇਰੇ ਤੋਂ ਇਹ ਕਥਾ ਵਿਚਾਰਦਿਆਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਾਨ, ਉਹ ਬਾਜਾਂ ਵਾਲਾ ਮਾਹੀ, ਉਹ ਨੀਲੇ ਘੋੜੇ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਬੜੀ ਨਿਰਾਲੀ ਆ। ਤਾਂ ਭਾਈ 10ਵੇਂ ਗ੍ਰੰਥ ਤੇ ਭਰੋਸਾ ਕਰੋ, ਇਹਨੂੰ ਆਪ ਖੋਜੋ ਤੇ ਆਪ ਇਹਦੇ ਬਾਰੇ ਜਾਣਕਾਰੀ ਲਵੋ। ਤੁਹਾਨੂੰ ਪਤਾ ਲੱਗੇਗਾ ਇਹਦੇ ਵਿੱਚ ਜੋ ਕਿਹਾ ਗਿਆ ਉਹ ਸਾਡੇ ਗਿਆਨ ਵਿੱਚ ਵਾਧਾ ਕਰਨ ਲਈ, ਸਾਡੇ ਵਿੱਚ ਵੀਰ ਰਸ ਭਰਨ ਲਈ ਮਹਾਰਾਜ ਜੀ ਨੇ ਪ੍ਰਾਣਕ ਕਥਾਵਾਂ ਨੂੰ ਲਿਖਿਆ ਹੈ। ਗੁਰੂ ਸਾਹਿਬ ਜੀ ਤੇ ਭਰੋਸਾ ਰੱਖੋ। ਵਾਹਿਗੁਰੂ ਜੀ ਤੁਹਾਡੇ ਤੇ ਰਹਿਮਤਾਂ ਕਰਨਗੇ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਆਪ ਜੀ ਨੇ ਬੜਾ ਸਮਾਂ ਕੀਮਤੀ ਕੱਢ ਕੇ ਕਥਾ ਵਿਚਾਰ ਸਰਵਣ ਕੀਤੀ ਆ। ਸਾਰੀਆਂ ਸੰਗਤਾਂ ਨੂੰ ਮਹਾਰਾਜ ਬਾਣੀ ਬਾਣੇ ਨਾਲ ਪ੍ਰੇਮ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।